Hello students, how are you? Today our topic is engaging with expository writing. ਪੰਜਾਬੀ ਮੀਡੀਅਮ ਵਾਲੇ ਬੱਚਿਆਂ ਲਈ ਵਿਦਿਆਰਥੀਆਂ ਦਾ ਵਿਆਖਿਆਤਮਕ ਲੇਖਣੀ ਨਾਲ ਸੰਬੰਧ। ਇਹ ਚੈਪਟਰ ਆਪਣਾ ਆਲਮੋਸਟ ਹੋ ਹੀ ਗਿਆ ਸੀਗਾ। ਪਿੱਛੋਂ ਇੱਕ ਪੈਰਾਗ੍ਰਾਫ ਜਾਂ ਐਸੇ ਕਿਵੇਂ ਲਿਖਣਾ ਹੈਗਾ ਉਹ ਆਪਾਂ ਓਰਲੀ ਡਿਸਕਸ ਕਰ ਲਿਆ ਸੀ, ਬਾਇਓਗ੍ਰਾਫਿਕਲ ਰਾਈਟਿੰਗ ਵੀ। ਪਰ ਚਲੋ ਆਪਾਂ ਦੁਬਾਰਾ ਕਰ ਲੈਂਦੇ ਹਾਂ ਇਹ ਲੈਸਨ। ਠੀਕ ਹੈ, engaging with expository writing. A writer's style is a reflection of his or her personality. ਹੁਣ ਕੁਛ ਵੀ ਆਪਾਂ ਲਿਖਦੇ ਹੈਗੇ ਹੈ, ਠੀਕ ਹੈ, ਕਿਤਾਬਾਂ ਤੋਂ ਇਲਾਵਾ ਕੋਈ ਆਪਣੇ ਮਨ 'ਚ ਵਿਚਾਰ ਹੁੰਦੇ ਹੈਗੇ ਹੈ, ਜਦੋਂ ਆਪਾਂ ਉਹ ਹਾਵ ਭਾਵ ਜਾਂ ਜਿਹੜੇ ਵਿਚਾਰ ਹੁੰਦੇ ਆ ਆਪਣੇ, ਉਹ ਆਪਾਂ ਇੱਕ ਲਿਖਤੀ ਰੂਪ ਦੇ ਵਿੱਚ ਜਿਹੜਾ ਪ੍ਰੈਜ਼ੈਂਟ ਕਰਦੇ ਹੈਗੇ ਆ, ਉਹ ਆਪਣੀ ਪਰਸਨੈਲਿਟੀ ਨੂੰ ਨਿਖਾਰਦਾ ਹੈਗਾ। ਠੀਕ ਹੈ ਜੀ, ਇਸ ਲਈ ਕੀ ਇਹਨੂੰ ਐਕਸਪੋਜ਼ਿਟਰੀ ਰਾਈਟਿੰਗ ਕਹਿੰਦੇ ਆਪਾਂ, ਵੀ ਆਪਾਂ ਕੁਛ ਐਕਸਪੋਜ਼ ਕਰ ਰਹੇ ਹਾਂ, ਕੁਛ ਲਿਖਣਾ ਚਾਹੁੰਦੇ ਹਾਂ, ਕੁਛ ਆਈਡੀਆਜ਼ ਲਿਖਣਾ ਚਾਹੁੰਦੇ ਹਾਂ। ਨੈਕਸਟ ਆਪਣਾ ਹੈਗਾ ਜੀ ਟਾਈਪਸ ਆਫ ਰਾਈਟਿੰਗ ਸਟਾਈਲਸ, ਲੇਖਣ ਸ਼ੈਲੀਆਂ ਦੀਆਂ ਕਿਸਮਾਂ। ਇਹ ਬੇਸਿਕਲੀ ਕੀ ਹੁੰਦੀਆਂ ਨੇ, ਚਾਰ ਤਰ੍ਹਾਂ ਦੀ ਹੁੰਦੀਆਂ ਨੇ, ਚਾਰ ਤਰ੍ਹਾਂ ਦੇ ਜਿਹੜੇ ਲਿਟਰੇਰੀ ਸਟਾਈਲਸ ਹੁੰਦੇ ਨੇ। ਪਹਿਲਾ ਇਹਦੇ ਵਿੱਚ ਜਿਹੜਾ ਕੀ ਹੈਗਾ ਆਪਣਾ ਨਰੇਟਿਵ ਸਟਾਈਲ, ਬਿਰਤਾਂਤਕ ਸ਼ੈਲੀ। ਠੀਕ ਹੈ ਜੀ, ਨਰੇਟਿਵ style is a type of writing in which the author places himself as a character and narrates the story. ਠੀਕ ਹੈ, ਇਹਦੇ ਵਿੱਚ ਕੀ ਹੈ ਕਿ ਜੋ ਵੀ ਆਥਰ ਲਿਖਦਾ ਹੈਗਾ ਉਹ ਆਪਣੇ ਆਪ ਨੂੰ ਇੱਕ ਕਰੈਕਟਰ ਮੰਨ ਕੇ ਚੱਲਦਾ ਹੈ ਅਤੇ ਕੁਛ ਉਹ ਲਿਖਦਾ ਹੈ। ਕੋਈ ਸਟੋਰੀ ਲਿਖ ਸਕਦਾ ਹੈ ਜਾਂ ਕੋਈ ਨਾਵਲ ਲਿਖ ਸਕਦਾ ਹੈ ਜਾਂ ਸ਼ਾਰਟ ਸਟੋਰੀਜ਼ ਲਿਖ ਸਕਦਾ ਹੈ, ਕੋਈ ਪੋਇਟਰੀ ਲਿਖ ਸਕਦਾ ਹੈ, ਜਾਂ ਕੋਈ ਜਿਵੇਂ ਡਿਸਪਿਊਟ ਹੋ ਰਿਹਾ ਹੈਗਾ। ਠੀਕ ਹੈ, ਕਿਸੇ ਬਾਰੇ ਜਿਹੜਾ ਲੜਾਈ ਹੋ ਰਹੀ ਹੈਗੀ ਆ, ਉਹਦਾ ਕੋਈ ਜਿਹੜਾ ਹੈਗਾ ਬਿਰਤਾਂਤਕ ਸ਼ੈਲੀ ਉਹਦੀ ਰਿਪਰਜੈਂਟ ਕਰਨੀ। ਠੀਕ ਹੈ, ਹੁਣ ਜਿਵੇਂ ਆਪਾਂ ਨਾਵਲ ਲਿਖਦੇ ਹਾਂ, ਸ਼ਾਰਟ ਸਟੋਰੀਜ਼ ਲਿਖਦੇ ਹਾਂ, ਜਿਵੇਂ ਅੰਮ੍ਰਿਤਾ ਪ੍ਰੀਤਮ ਜੀ ਹੈਗੇ ਆ, ਉਹ ਨਾਵਲਸ ਲਿਖਦੇ ਹੈਗੇ ਆ। ਠੀਕ ਹੈ, ਉਹ ਕੀ ਆਪਣੀ ਨਰੇਟਿਵ ਸਟਾਈਲ ਹੈਗਾ। ਠੀਕ ਹੈ ਜੀ, ਨੈਕਸਟ ਆਪਣਾ ਹੈਗਾ ਪਰਸੁਏਸਿਵ ਸਟਾਈਲ, ਜਿਹਨੂੰ ਪੰਜਾਬੀ 'ਚ ਕੀ ਕਹਿੰਦੇ ਨੇ, ਪ੍ਰੇਰਕ ਸ਼ੈਲੀ। ਇਟ ਸਟੇਟਸ ਦ ਓਪੀਨੀਅਨ ਆਫ ਦ ਰਾਈਟਰ ਐਂਡ ਅਟੈਂਪਟ ਟੂ ਇਨਫਲੂਐਂਸ ਦ ਰੀਡਰਸ। ਹੁਣ ਇਹਦੇ ਵਿੱਚ ਵਰਡ ਕੀ ਆਉਂਦਾ, ਪਰਸੁਏਸਿਵ ਸਟਾਈਲ ਦਾ ਮਤਲਬ ਕੀ ਹੁੰਦਾ, ਓਪੀਨੀਅਨ ਆਫ ਦਾ ਰਾਈਟਰ। ਵੀ ਇਹਦੇ ਵਿੱਚ ਕਿਹੜੀ ਹੈ, ਕੋਈ ਵੀ ਆਪਾਂ ਜਦੋਂ ਲਿਖਦੇ ਹੈਗੇ ਆ ਪ੍ਰੇਰਕ ਸ਼ੈਲੀ ਦੇ ਵਿੱਚ, ਇਹਦੇ ਵਿੱਚ ਕੀ ਹੁੰਦੀ ਹੈ ਕਿ ਓਪੀਨੀਅਨ ਹੁੰਦੀ ਹੈ। ਓਪੀਨੀਅਨ ਜ਼ਿਆਦਾ ਆਪਾਂ ਇਹਦੇ ਵਿੱਚ ਜਿਹੜੀ ਹੈਗੀ ਅਹਿਮੀਅਤ ਹੁੰਦੀ ਹੈਗੀ ਹੈ। ਜਿਵੇਂ ਕਿ ਐਗਜ਼ਾਮਪਲਸ ਕੀ ਹੈ, ਲੈਟਰ ਆਫ ਕੰਪਲੇਂਟ। ਠੀਕ ਹੈ, ਕੋਈ ਕਿਸੇ ਜਗ੍ਹਾ 'ਤੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈਗੀ, ਠੀਕ ਹੈ, ਕੋਈ ਕੰਪਲੇਂਟ ਆ ਗਈ ਹੈਗੀ ਹੈ, ਆਪਾਂ ਉਹਦੇ ਵਿੱਚ ਕੀ ਹੈ ਓਪੀਨੀਅਨ ਦਿੰਦੇ ਹੈਗੇ ਹੈ ਕਿ ਇਹ ਜਿਹੜੇ ਹੈਗੇ ਏਰੀਆ ਦੇ ਵਿੱਚ ਜਿਹੜਾ ਹੈਗਾ ਕੋਈ ਪਾਣੀ ਦੀ ਸਪਲਾਈ ਨਹੀਂ ਆ ਰਹੀ ਹੈਗੀ। ਠੀਕ ਹੈ, ਇਹ ਓਪੀਨੀਅਨ ਹੁੰਦੀ ਹੈ। ਨੈਕਸਟ ਹੈਗਾ ਜਿਵੇਂ TV ਕਮਰਸ਼ੀਅਲਸ, TV ਦੇ ਵਿੱਚ ਐਡਸ ਆਉਂਦੀਆਂ, ਨੰਬਰ ਆਫ ਐਡਸ ਤੁਸੀਂ ਦੇਖਦੇ ਹੋਵੋਗੇ TV ਦੇ ਵਿੱਚ, ਜਿਵੇਂ ਪੈਪਸੀ ਹੋ ਗਿਆ ਜਾਂ ਕੋਈ ਨਵੀਂ ਪ੍ਰੋਡਕਟ ਜਾਂ ਕੋਈ ਬਾਈਕ ਲਾਂਚ ਹੋ ਰਹੀ ਹੈਗੀ ਹੈ। ਠੀਕ ਹੈ, ਉਹਦੇ ਵਿੱਚ ਕੀ ਫੀਚਰਸ ਹੈਗੇ ਹੈ। ਠੀਕ ਹੈ, ਉਹ ਓਪੀਨੀਅਨਸ ਹੈ। ਨੈਕਸਟ ਹੈਗਾ ਜਿਵੇਂ ਨਿਊਜ਼ਪੇਪਰ ਓਪੀਨੀਅਨ। ਨਿਊਜ਼ਪੇਪਰ ਦੇ ਵਿੱਚ ਵੀ ਨੰਬਰ ਆਫ ਪਰਸਨਸ ਨੇ ਜਿਹੜੇ ਹੈਗੇ ਨੇ ਆਪਣੇ ਕੋਈ ਵਿਚਾਰ ਦਿੱਤੇ ਹੁੰਦੇ ਨੇ, ਕੋਈ ਈਵੈਂਟ ਹੋ ਰਿਹਾ ਹੈਗਾ ਜਾਂ ਕਰੰਟ ਇਨਫੋਰਮੇਸ਼ਨ ਚੱਲ ਰਹੀ ਹੈਗੀ ਹੈ, ਕੋਈ ਕ੍ਰਾਈਸਿਸ ਚੱਲ ਰਹੇ ਹੈਗੇ ਹੈ, ਇਨਫਲੇਸ਼ਨ ਹੈਗੀ ਹੈ, ਉਹ 'ਚ ਪਰਸਨਸ ਆਪਣੇ ਵਿਊਜ਼ ਦਿੰਦੇ ਹੈ, ਓਪੀਨੀਅਨ ਦਿੰਦੇ ਹੈ। ਠੀਕ ਹੈ ਜੀ, ਓਪੀਨੀਅਨ ਦੇ ਤੌਰ 'ਤੇ ਆਪਣੇ ਵਿਊਜ਼ ਦਿੰਦੇ ਹੈ। ਨੈਕਸਟ ਹੈਗਾ ਐਡੀਟੋਰੀਅਲਸ, ਜਿਵੇਂ ਮੈਂ ਤੁਹਾਨੂੰ ਨਿਊਜ਼ਪੇਪਰ 'ਚ ਵੀ ਦਿਖਾਇਆ ਸੀਗਾ, ਆਪਾਂ ਨਿਊਜ਼ਪੇਪਰ ਕਲਾਸ ਦੇ ਵਿੱਚ ਦੇਖਿਆ ਸੀਗਾ ਕਿ ਐਡੀਟੋਰੀਅਲਸ। ਠੀਕ ਹੈ, ਜਿਹੜੇ ਐਡੀਟਰਸ ਹੁੰਦੇ ਹੈਗੇ ਨੇ ਉਹ ਵੀ ਆਪਣੇ ਕਰੰਟ ਇਨਫੋਰਮੇਸ਼ਨਸ 'ਤੇ ਆਪਣੇ ਐਡੀਟਰ ਜਿਹੜੇ ਹੈਗੇ ਨੇ ਆਪਣੇ ਐਡੀਟੋਰੀਅਲਸ ਦਿੰਦੇ ਹੈਗੇ ਹੈ। ਠੀਕ ਹੈ ਜੀ, ਨੈਕਸਟ ਆਪਣਾ ਹੈਗਾ ਡਿਸਕ੍ਰਿਪਟਿਵ ਸਟਾਈਲ ਆਫ ਰਾਈਟਿੰਗ। It is a style of writing which focuses on describing a character, an event or a place in great detail. ਠੀਕ ਹੈ, ਵਰਣਾਤਮਕ ਸ਼ੈਲੀ ਜਿਹੜੀ ਹੁੰਦੀ ਹੈਗੀ ਹੈ, ਵਰਣਨ ਕਰਨਾ ਮਤਲਬ ਕਿ ਆਪਾਂ ਉਹ ਕਰੈਕਟਰ ਬਾਰੇ ਕਿਸੇ ਬਾਰੇ ਕਰ ਸਕਦੇ ਹੈਗੇ ਹੈ, ਜਾਂ ਕੋਈ ਈਵੈਂਟ ਹੋ ਸਕਦਾ ਹੈਗਾ, ਜਾਂ ਕੋਈ ਪਲੇਸ ਬਾਰੇ ਆਪਾਂ ਕਰ ਸਕਦੇ ਹੈਗੇ। ਜਿਵੇਂ ਐਗਜ਼ਾਮਪਲਸ ਹੈਗੀ ਹੈ ਕਿ ਨੇਚਰ ਬਾਰੇ। ਠੀਕ ਹੈ, ਨੇਚਰ ਕਿੰਨੀ ਵਧੀਆ ਹੁੰਦੀ ਹੈਗੀ ਹੈ। ਠੀਕ ਹੈ, ਪੇੜ ਪੌਦੇ ਹੁੰਦੇ ਹੈਗੇ ਹੈ, ਐਨੀਮਲਸ ਹੁੰਦੇ ਹੈਗੇ ਹੈ, ਠੀਕ ਹੈ, ਜਾਂ ਬਰਡਸ ਹੁੰਦੇ ਹੈਗੇ ਹੈ। ਠੀਕ ਹੈ, ਨੇਚਰ ਦੇ ਬਣਾਏ ਹੋਏ ਹੈ, ਇਹ ਉਹਨੂੰ ਆਪਾਂ ਡਿਸਕ੍ਰਾਈਬ ਕਰਨਾ ਹੈ। ਜਾਂ ਆਪਾਂ ਦੂਜਾ ਇਹਦਾ ਪੁਆਇੰਟ ਅਲੱਗ ਵੀ ਬਣਾ ਸਕਦੇ ਹਾਂ, ਐਨੀਮਲ ਡਿਸਕ੍ਰਿਪਸ਼ਨ। ਜਿਵੇਂ ਤੁਸੀਂ ਐਨੀਮਲ ਪਲੈਨਟ ਇੱਕ ਚੈਨਲ ਆਉਂਦਾ ਹੈਗਾ, ਐਨੀਮਲਸ ਬਾਰੇ ਕਿੰਨਾ ਸੋਹਣਾ ਵਰਣਨ ਕੀਤਾ ਹੁੰਦਾ ਹੈਗਾ, ਟਾਈਗਰ ਬਾਰੇ। ਠੀਕ ਹੈ, ਟਾਈਗਰ ਦਾ ਕੀ ਲਾਈਫ ਹੁੰਦਾ ਹੈਗਾ, ਡੀਅਰ ਹੈ। ਠੀਕ ਹੈ, ਉਹ ਸਾਰੀ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ। ਨੈਕਸਟ ਹੈਗਾ ਆਪਣਾ ਗੋਲਡਨ ਟੈਂਪਲ। ਗੋਲਡਨ ਟੈਂਪਲ ਕੀ ਆ ਜਾਂਦਾ, ਪਲੇਸ ਆ ਜਾਂਦਾ। ਠੀਕ ਹੈ, ਹੁਣ ਗੋਲਡਨ ਟੈਂਪਲ ਕੀ ਹੈਗਾ ਕਿ ਬਹੁਤ ਵਧੀਆ ਬਣਿਆ, ਦੇਖਣ ਲਈ ਦੇਖੋ ਬੰਦਾ ਉੱਥੇ ਜਾ ਕੇ ਮਨ ਖੁਸ਼ ਹੋ ਜਾਂਦਾ ਹੈਗਾ। ਠੀਕ ਹੈ ਜੀ, ਅਤੇ ਉਹਦੇ ਵਿੱਚ ਕੀ ਹੈਗਾ ਕਿ ਗੋਲਡਨ ਟੈਂਪਲ ਬਾਰੇ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ, ਕਿੰਨਾ ਸੋਹਣਾ ਬਣ ਗਿਆ ਹੈਗਾ, ਲਾਈਟਨਿੰਗ ਵਾਲਾ ਹੈ, ਕਿੰਨੇ ਲੋਕ ਉੱਥੇ ਮੱਥਾ ਟੇਕਣ ਆਉਂਦੇ ਹੈਗੇ ਹੈ, ਕਿੰਨੀ ਸ਼ਰਧਾ ਹੈਗੀ ਹੈ, ਕੀ ਉਹਦੀ ਹਿਸਟਰੀ ਹੈਗੀ ਹੈ। ਠੀਕ ਹੈ, ਨੈਕਸਟ ਹੈਗਾ ਕੋਈ ਟ੍ਰੇਡ ਸ਼ੋ, ਇਹ ਈਵੈਂਟ ਆ ਜਾਂਦਾ ਆਪਣਾ।
ਕੋਈ ਜਿਹੜਾ ਹੈਗਾ ਵਪਾਰਿਕ ਮੇਲਾ ਲੱਗਦਾ ਹੈ, ਸ਼ੋਅ ਹੋ ਰਿਹਾ ਹੈਗਾ, ਜਿਵੇਂ ਕਿ ਦਿੱਲੀ ਦੇ ਵਿੱਚ ਟ੍ਰੇਡ ਫੇਅਰ ਲੱਗਦਾ, ਅਲੱਗ-ਅਲੱਗ ਸਟੇਟਸ ਉੱਥੇ ਆਉਂਦੀਆਂ ਆਪਣੀ ਪ੍ਰੋਡਕਟਸ ਨੂੰ ਜਿਹੜੀ ਹੈਗੀ ਹੈ ਸੇਲ ਕਰਦੀਆਂ ਹੈਗੀਆਂ, ਉਹਦੇ ਬਾਰੇ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ। ਕੋਈ ਅਵਾਰਡ ਸੈਰੇਮਨੀ ਹੈਗੀ ਹੈ, ਠੀਕ ਹੈ, ਅਵਾਰਡਸ ਮਿਲਣੇ ਆ, ਬੱਚਿਆਂ ਨੂੰ ਮਿਲਣੇ ਹੈਗੇ ਹੈ, ਕਿਤੇ ਕਿਹੜੀ ਪਲੇਸ 'ਤੇ ਹੋਣਾ, ਆਡੀਟੋਰੀਅਮ ਵਿੱਚ ਹੋਣਾ, ਕਿੰਨਿਆਂ ਨੂੰ ਮਿਲਣੇ ਹੈਗੇ ਹੈ, ਕਿਸ ਫੀਲਡ ਦੇ ਵਿੱਚ ਮਿਲਣੇ ਹੈਗੇ, ਉਹਨੂੰ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ ਜੀ। ਨੈਕਸਟ ਆਪਣਾ ਹੈਗਾ ਜੀ ਐਕਸਪੋਜ਼ਿਟਰੀ ਸਟਾਈਲ, ਵਿਆਖਿਆਤਮਕ ਸ਼ੈਲੀ, ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ ਹੈਗਾ, ਇਟ ਇਜ਼ ਅ ਰਾਈਟਿੰਗ ਐਕਸਪਲੇਨਸ ਔਰ ਇਨਫੋਰਮ। ਇਹਦੇ ਵਿੱਚ ਕੀ ਕਰਦੇ, ਐਕਸਪੋਜ਼ਿਟਰੀ ਰਾਈਟਿੰਗ ਦੇ ਵਿੱਚ ਕੀ ਹੁੰਦਾ ਹੈਗਾ, ਇਹਦੇ ਵਿੱਚ ਕੁਛ ਐਕਸਪਲੇਨ ਕੀਤਾ ਜਾਂਦਾ ਜਾਂ ਕੁਛ ਇਨਫੋਰਮ ਕੀਤਾ ਜਾਂਦਾ ਹੈ। ਇਟ ਟਾਕਸ ਅਬਾਊਟ ਅ ਸਬਜੈਕਟ ਵਿਦਾਊਟ ਗਿਵਿੰਗ ਓਪੀਨੀਅਨਸ। ਐਕਸਪਲੇਨ ਕੀਤਾ ਜਾਂਦਾ ਹੈ ਜਾਂ ਇਨਫੋਰਮ ਕੀਤਾ ਜਾਂਦਾ ਹੈ, ਬਟ ਇਹਦੇ 'ਚ ਕੀ ਹੈ, ਓਪੀਨੀਅਨਸ ਜਿਹੜੀਆਂ ਹੁੰਦੀਆਂ ਵਿਦਾਊਟ ਓਪੀਨੀਅਨਸ ਹੁੰਦੀਆਂ, ਓਪੀਨੀਅਨਸ ਨਹੀਂ ਹੁੰਦੀਆਂ, ਸਿਰਫ ਆਪਾਂ ਐਕਸਪਲੇਨ ਕਰਦੇ ਹਾਂ ਕਿਸੇ ਚੀਜ਼ ਨੂੰ ਜਾਂ ਆਪਾਂ ਇਨਫੋਰਮ ਕਰਦੇ ਹਾਂ। ਫੋਰ ਐਗਜ਼ਾਮਪਲਸ ਕੋਈ ਰੈਸਪੀਜ਼ ਹੈ, ਠੀਕ ਹੈ, ਰੈਸਪੀਜ਼ ਹੈ, ਇਹ ਬਣਾਉਂਦੇ ਆਪਾਂ, ਠੀਕ ਹੈ ਨਾ। ਹੁਣ ਜੇ ਆਪਾਂ ਸਾਰੇ ਘਰ 'ਚ ਨਵੀਂ ਚੀਜ਼ ਜਿਹੜੀ ਹੈਗੀ ਕੁਛ ਆਪਾਂ ਟਰਾਈ ਕਰਦੇ ਹੈਗੇ ਆ, ਠੀਕ ਹੈ, ਜਾਂ ਕੋਈ ਪੀਜ਼ਾ ਬਣਾਉਣਾ ਹੈ ਜਾਂ 버ਗਰ ਬਣਾਉਣਾ ਹੈਗਾ, ਠੀਕ ਹੈ, ਜਾਂ ਆਪਾਂ ਪਕੌੜੇ ਹੀ ਬਣਾਉਣੇ ਆ, ਚਲੋ ਠੀਕ ਹੈ, ਸਿੰਪਲ ਲਾ ਲਓ, ਪਕੌੜੇ ਹੀ ਬਣਾਉਣੇ ਆ, ਤਾਂ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਆਪਾਂ ਪਕੌੜੇ ਤਾਂ ਸਾਰੇ ਬਣਾਉਂਦੇ ਆ, ਪਰ ਕੁਛ ਜਿਹੜੀ ਹੈਗੀ ਰੈਸਪੀਜ਼ ਕੀ ਹੈ ਡਿਫਰੈਂਟ ਬਣ ਜਾਂਦਾ। ਕੁਛ ਤੁਸੀਂ ਉਹਦੇ 'ਚ ਫਰੈਗਰੈਂਸ ਪਾ ਜਾਂਦੇ ਹੋ, ਕੜੀ ਪੱਤਾ ਪਾ ਦਿੰਦੇ ਹੋ ਜਾਂ ਕੋਈ ਹੋਰ ਇੰਗਰੀਡੀਐਂਟ ਪਾ ਦਿੰਦੇ ਹੈਗੇ ਹੋ, ਤਾਂ ਉਹਦੇ ਨਾਲ ਕੀ ਹੈ ਦੂਜਿਆਂ ਨਾਲੋਂ ਡਿਫਰੈਂਟ ਬਣ ਜਾਂਦੀ ਹੈ, ਠੀਕ ਹੈ। ਤੁਸੀਂ ਉਹਨੂੰ ਐਕਸਪਲੇਨ ਕਰ ਰਹੇ ਹੋ, ਠੀਕ ਹੈ, ਜਾਂ ਇਨਫੋਰਮ ਕਰ ਰਹੇ ਹੋ ਵੀ ਐਵੇਂ ਮੈਂ ਰੈਸਪੀ ਬਣਾਈ ਹੈ। ਬਿਜ਼ਨਸ ਦੇ ਵਿੱਚ ਕੀ ਹੈਗਾ ਕਿ ਨਵੀਂ ਕੋਈ ਪ੍ਰੋਡਕਟ ਲਾਂਚ ਹੋ ਰਹੀ ਹੈਗੀ ਹੈ, ਉਹ ਇਨਫੋਰਮ ਕਰਦੇ ਆ ਕਿ ਅੱਜ ਆਹ ਬਾਈਕ ਜਾਂ ਆਹ ਫੋਨ ਜਿਹੜਾ ਹੈਗਾ ਲਾਂਚ ਹੋਇਆ ਹੈਗਾ, ਐਪਲ ਦਾ ਫੋਨ ਜਿਹੜਾ ਹੈਗਾ ਇਹ ਲਾਂਚ ਹੋਇਆ ਹੈਗਾ, ਉਹ ਕੀ ਹੈ ਇਨਫੋਰਮ ਕਰਨਾ ਹੁੰਦਾ ਹੈ। ਸਾਇੰਟੀਫਿਕ ਰਾਈਟਿੰਗ ਹੋ ਸਕਦੀ ਹੈ, ਕੋਈ ਵੀ ਜਿਹੜੀ ਨਵੀਂ ਇਨਵੈਂਸ਼ਨ ਹੈਗੀ ਹੈ ਉਹਦੇ ਬਾਰੇ ਜਿਹੜਾ ਹੈਗਾ ਕਿ ਐਕਸਪਲੇਨ ਕਰ ਸਕਦੇ ਹੈ, ਠੀਕ ਹੈ, ਉਹ ਕੀ ਹੁੰਦੀ ਆਪਣੀ ਸਾਇੰਟੀਫਿਕ ਰਾਈਟਿੰਗ ਜੀ। ਨੈਕਸਟ ਬੇਟਾ ਆ ਜਾਂਦਾ ਹੈ ਆਪਣਾ ਡੈਫੀਨੇਸ਼ਨ ਆਫ ਐਕਸਪੋਜ਼ਿਟਰੀ ਰਾਈਟਿੰਗ, ਵਿਆਖਿਆਤਮਕ ਲਿਖਤ ਦੀ ਪਰਿਭਾਸ਼ਾ। Expository writing is defined as presenting reasons, explanation or steps in a process. Logically order is used with appropriate sequencing of ideas or steps in a process. Effective expository writing contains a main idea supporting detail and conclusion. ਹੁਣ ਕੀ ਹੈ ਵਿਆਖਿਆਤਮਕ ਲਿਖਤ ਦੀ ਪਰਿਭਾਸ਼ਾ ਕੀ ਹੈਗੀ ਹੈ ਕਿ ਐਕਸਪੋਜ਼ਿਟਰੀ ਰਾਈਟਿੰਗ ਕੀ ਹੁੰਦੀ ਹੈਗੀ ਹੈ, ਰੀਜ਼ਨ ਜਿਹਦੇ ਵਿੱਚ ਕੀ ਹੁੰਦਾ ਨਾ ਆਪਾਂ ਕੁਛ ਵੀ ਜਿਹੜਾ ਆਪਾਂ ਕੁਛ ਲਿਖਦੇ ਹੈਗੇ ਆ ਉਹਦੇ ਕਾਰਨ ਹੁੰਦੇ ਆ, ਐਕਸਪਲੇਨੇਸ਼ਨ ਹੁੰਦੇ ਆ, ਜਾਂ ਇੱਕ ਪ੍ਰਕਿਰਿਆ ਦੇ ਰੂਪ ਵਿੱਚ ਹੋ ਸਕਦਾ ਹੈ, ਕੁਛ ਆਪਾਂ ਸਟੈਪਸ ਦੇ ਵਿੱਚ ਕਰ ਸਕਦੇ ਹਾਂ, ਠੀਕ ਹੈ, ਜਾਂ ਉਹਦਾ ਕੋਈ ਲੌਜਿਕ ਹੋ ਸਕਦਾ ਹੈਗਾ, ਲੌਜੀਕਲ ਪੁਆਇੰਟ ਆਫ ਨਾਲ ਵੀ ਕਰ ਸਕਦੇ ਹੈਗੇ ਆ, ਜਾਂ ਆਪਾਂ ਜਿਹੜਾ ਆਪਾਂ ਸੀਕੁਐਂਸ ਜਾਂ ਕੋਈ ਪ੍ਰੋਸੈਸ ਲੈਣਾ ਹੈਗਾ, ਕੋਈ ਪ੍ਰਕਿਰਿਆ ਹੈ, ਠੀਕ ਹੈ, ਉਹਦੇ ਆਪਾਂ ਸਟੈਪਸ ਲੈਣੇ ਹੈਗੇ ਆ, ਠੀਕ ਹੈ। ਜਿਵੇਂ ਅਨਇੰਪਲੋਇਮੈਂਟ ਹੈ, ਉਹਦੇ ਕੀ ਕਾਜ਼ਜ਼ ਹੈਗੇ ਹੈ, ਉਹਦੇ ਆਪਾਂ ਐਪਰੋਪ੍ਰੀਏਟ ਜਿਹੜੇ ਹੈਗੇ ਨੇ ਆਈਡੀਆਜ਼ ਲੈ ਕੇ ਸਟੈਪਸ ਬਣਾਉਣੇ ਹੈ, ਅਤੇ ਉਹਦਾ ਆਪਾਂ ਕੀ ਹੈ ਕਾਰਨ ਵੀ ਦੱਸਣਾ, ਐਕਸਪਲੇਨੇਸ਼ਨ ਵੀ ਕਰਨਾ ਹੈ, ਅਤੇ ਪਿੱਛੇ ਲੌਜਿਕ ਵੀ ਹੋਣਾ ਚਾਹੀਦਾ ਹੈਗਾ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਇਫੈਕਟਿਵ ਜਿਹੜੀ ਹੈਗੀ ਇਹ ਇਫੈਕਟਿਵ ਕਿਵੇਂ ਬਣਦਾ ਹੈਗਾ, ਜਿਵੇਂ ਜਿਹੜਾ ਸਪੋਰਟ ਕਰਦਾ ਮੇਨ ਆਈਡੀਆਜ਼ ਨੂੰ ਅਤੇ ਇਹਦਾ ਕਨਕਲੂਜ਼ਨ ਕੀ ਹੈਗਾ, ਠੀਕ ਹੈ। ਸਪੋਰਟ ਕਿਵੇਂ ਕਰਦਾ ਕਿ ਆਪਾਂ ਜੋ ਵੀ ਆਪਾਂ ਮੇਨ ਆਈਡੀਆਜ਼ ਦੇ ਨਾਲ ਚੀਜ਼ ਨੂੰ ਐਕਸਪਲੇਨ ਕਰ ਰਹੇ ਹੈਗੇ ਆ, ਜਿਵੇਂ ਅਨਇੰਪਲੋਇਮੈਂਟ ਨੂੰ ਆਪਾਂ ਐਕਸਪਲੇਨ ਕਰ ਰਹੇ ਹੈਗੇ ਆ, ਤਾਂ ਉਹਦੇ ਸਪੋਰਟਿੰਗ ਡਿਟੇਲਸ ਹੁੰਦੀਆਂ, ਅਤੇ ਐਟ ਦਾ ਐਂਡ ਆਪਾਂ ਉਹਦਾ ਕੀ ਹੈ ਕਨਕਲੂਜ਼ਨ ਕੱਢ ਲੈਣਾ ਕਿ ਇਹਦਾ ਜਿਹੜਾ ਹੈਗਾ ਪ੍ਰਭਾਵ ਕਿੱਥੇ ਕਿੱਥੇ ਪਿਆ ਅਤੇ ਇਹ ਕਿਵੇਂ ਠੀਕ ਹੋ ਸਕਦਾ ਹੈਗਾ, ਠੀਕ ਹੈ, ਕੀ ਪੋਲਿਸੀਜ਼ ਹੋ ਸਕਦੀਆਂ ਨੇ। ਨੈਕਸਟ ਬੇਟਾ ਆਪਣਾ ਟੌਪਿਕ ਹੈਗਾ ਕਰੈਕਟਰਿਸਟਿਕਸ ਆਫ ਐਕਸਪੋਜ਼ਿਟਰੀ ਰਾਈਟਿੰਗ, ਠੀਕ ਹੈ। ਜੋ ਆਪਾਂ ਪਿੱਛੇ ਜਿਹੜੀ ਵੀਡੀਓਜ਼ 'ਚ ਦੇਖਿਆ ਹੈਗਾ ਕਿ ਐਕਸਪੋਜ਼ਿਟਰੀ ਰਾਈਟਿੰਗ ਕੀ ਹੁੰਦੀ ਹੈ, ਉਹਦੀ ਕੁਛ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਨੇ, ਠੀਕ ਹੈ। ਹੁਣ ਪਹਿਲਾਂ ਇਹਦੇ ਵਿੱਚ ਕੀ ਹੁੰਦਾ ਟੌਪਿਕ, ਠੀਕ ਹੈ, ਕੁਛ ਵੀ ਆਪਾਂ ਐਕਸਪਲੇਨ ਕਰਨਾ ਹੈਗਾ, ਠੀਕ ਹੈ, ਉਹਦੀ ਰਾਈਟਿੰਗ ਆਪਾਂ ਲਿਖਤ ਬਣਾਉਣੀ ਹੈਗੀ ਆ, ਉਹਦਾ ਹੈਡਿੰਗ ਹੋਣਾ ਜ਼ਰੂਰੀ ਹੈ। ਜਿਵੇਂ ਕਿ ਆਪਾਂ ਅਨਇੰਪਲੋਇਮੈਂਟ ਦੀ ਪਿੱਛੇ ਗੱਲ ਕੀਤੀ, ਉਹਦਾ ਟੌਪਿਕ ਕੀ ਹੈ, ਕੋਈ ਹੋ ਸਕਦਾ ਹੈ ਅਨਇੰਪਲੋਇਮੈਂਟ ਹੋ ਸਕਦੀ ਹੈ, ਪਾਵਰਟੀ ਹੋ ਸਕਦਾ ਹੈਗਾ, ਜਾਂ ਅੱਜ ਕੱਲ੍ਹ ਜਿਵੇਂ ਕਰੋਨਾ ਵਾਇਰਸ, ਇਫੈਕਟ ਆਫ ਕਰੋਨਾ ਵਾਇਰਸ, ਠੀਕ ਹੈ, ਜਾਂ ਇਕੱਲਾ ਕਰੋਨਾ ਵਾਇਰਸ ਹੋ ਸਕਦਾ ਹੈਗਾ। ਸੈਕਿੰਡ ਹੈਗਾ ਇਟ ਆਨਸਰ ਦਾ ਕੁਸ਼ਚਨਸ, ਠੀਕ ਹੈ, ਵਾਟ, ਵੇਅਰ, ਵਾਈ। ਜਿਵੇਂ ਅੱਜ ਕੱਲ੍ਹ ਆਪਾਂ ਐਗਜ਼ਾਮਪਲ ਹੀ ਲੈ ਲਈਏ, ਕਰੋਨਾ ਵਾਇਰਸ ਦਾ ਹੈਡਿੰਗ ਹੈਗਾ ਹੈ, ਠੀਕ ਹੈ, ਵਾਟ ਇਹ ਕੀ ਹੈ, ਵੇਅਰ ਕਿੱਥੋਂ ਆਇਆ, ਵਾਈ ਕਿਉਂ ਆਇਆ, ਠੀਕ ਹੈ ਜੀ। ਥਰਡ ਜਿਹੜਾ ਆਪਾਂ ਲੈ ਸਕਦੇ ਹੈਗੇ ਰੀਡਰਸ ਅਟੈਂਸ਼ਨ। ਹੁਣ ਇਹਦੇ ਵਿੱਚ ਕੀ ਹੈਗਾ ਕਿ ਆਪਾਂ ਨੈਕਸਟ ਇਹਦੀ ਕਰੈਕਟਰਿਸਟਿਕਸ ਕੀ ਹੁੰਦੀ ਹੈ ਕਿ ਇਹ ਵਿਸ਼ੇਸ਼ਤਾ ਕੀ ਹੁੰਦੀ ਹੈ ਇਹਦੀ ਕਿ ਰੀਡਰਸ ਅਟੈਂਸ਼ਨ, ਜੋ ਵੀ ਆਪਾਂ ਲਿਖਦੇ ਹੈਗੇ ਹੈ, ਠੀਕ ਹੈ, ਰਾਈਟਰਸ ਲਿਖਦੇ ਹੈਗੇ ਹੈ, ਉਹਦੀ ਅਟੈਂਸ਼ਨ ਕੌਣ ਪਾਉਂਦੇ ਆ, ਰੀਡਰਸ ਉਸ ਚੀਜ਼ ਨੂੰ ਪੜ੍ਹਦੇ ਹੈ ਤਾਂ ਉਹ ਜਿਹੜਾ ਹੈਗਾ ਨਵੀਂ ਚੀਜ਼ ਜਿਹੜਾ ਹੈਗਾ ਉਹਦੇ ਤੋਂ ਸਿੱਖਦੇ ਹੈਗੇ ਹੈ। ਨੈਕਸਟ ਆਪਣਾ ਹੈਗਾ ਫੈਕਟਸ। ਇਹ ਜਿਹੜਾ ਹੁੰਦਾ ਫੈਕਟਸ ਬੇਸ 'ਤੇ ਹੁੰਦੀ ਹੈਗੀ ਹੈ, ਕੀ ਹੈ ਸੱਚਾਈ ਬੇਸ 'ਤੇ ਜਿਹੜੀ ਆਪਾਂ ਐਕਸਪੋਜ਼ਿਟਰੀ ਰਾਈਟਿੰਗ ਲਿਖਦੇ ਹਾਂ, ਕੁਛ ਐਕਸਪਲੇਨ ਕਰਦੇ ਹਾਂ, ਐਲੈਬੋਰੇਟ ਕਰਦੇ ਹੈਗੇ ਹੈ, ਠੀਕ ਹੈ, ਉਹ ਕੀ ਹੁੰਦੇ ਆਪਣੇ ਫੈਕਟਸ ਹੁੰਦੇ ਹੈ।
ਨੈਕਸਟ ਹੈਗਾ ਜੀ ਆਪਣਾ 3 ਮੇਨ ਪਾਰਟਸ। ਇਹਦੇ ਕੀ ਹੈ, ਕੁਝ ਵੀ ਆਪਾਂ ਜਦੋਂ ਐਕਸਪੋਜ਼ਿਟਰੀ ਰਾਈਟਿੰਗ ਲਿਖਦੇ ਹਾਂ ਉਹਦੇ 3 ਮੇਨ ਪਾਰਟਸ ਹੁੰਦੇ ਹੈ, ਇੰਟਰੋਡਕਸ਼ਨ, ਬੋਡੀ, ਦੈਨ ਕਨਕਲੂਜਨ। ਇੰਟਰੋਡਕਸ਼ਨ ਕਿ ਜਿਵੇਂ ਆਪਾਂ ਕੋਈ ਹੈਡਿੰਗ ਦਿੰਦੇ ਹਾਂ, ਠੀਕ ਹੈ, ਜਾਂ ਅਨਇੰਪਲੋਇਮੈਂਟ ਆਪਾਂ ਪਾਵਰਟੀ ਹੈਗੀ ਹੈ, ਠੀਕ ਹੈ, ਨਵੇਂ GST ਹੈਗਾ ਹੈ, ਠੀਕ ਹੈ, ਇਹਦੇ ਬਾਰੇ ਆਪਾਂ ਕੀ ਹੈ ਨੰਬਰ ਆਫ ਐਗਜ਼ਾਮਪਲਸ ਹੋ ਸਕਦੀਆਂ ਉਹਦੀ ਇੰਟਰੋਡਕਸ਼ਨ, ਦੈਨ ਬੋਡੀ, ਠੀਕ ਹੈ, ਬੋਡੀ ਉਹਦੇ ਵਿੱਚ ਮੇਨ ਪਾਰਟ ਕਿ ਆਪਾਂ ਐਕਸਪਲੇਨ ਕਿਵੇਂ ਕਰ ਰਹੇ ਹੈਗੇ ਹਾਂ। ਜਿਵੇਂ ਆਪਾਂ ਅਨਇੰਪਲੋਇਮੈਂਟ ਦੀ ਗੱਲ ਕੀਤੀ ਹੈ ਕਿ ਅਨਇੰਪਲੋਇਮੈਂਟ ਕੀ ਹੁੰਦਾ ਹੈਗਾ, ਉਸ ਤੋਂ ਬਾਅਦ ਬੋਡੀ ਦੇ ਵਿੱਚ ਉਹਦੇ ਕਾਜ਼ਿਸ ਕੀ ਹੈਗੇ ਨੇ, ਕੀ ਕਾਰਨ ਹੈਗੇ ਨੇ, ਦੈਨ ਕਨਕਲੂਜਨ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ। ਦੈਨ ਐਟ ਦਾ ਐਂਡ ਆਪਾਂ ਕੀ ਲਿਖ ਸਕਦੇ ਹਾਂ, ਕਨਕਲੂਜਨ ਲਿਖ ਸਕਦੇ ਹਾਂ।